ਖਾਲਿਸਤਾਨ ਨੂੰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬਾਕੀ ਜਿਹੜੀ ਗੱਲ ਅਮਿਤ ਸ਼ਾਹ ਜਿਹੜੀ ਉਹ ਕਹਿ ਰਿਹਾ ਆ, ਸਾਨੂੰ ਖਾਲਿਸਤਾਨ ਦੇ ਰਾਹ ਪਾਉਣ ਵਾਲੇ ਵੀ ਪਹਿਲਾਂ ਇਹੀ ਲੋਕ ਆ। ਇਹਨਾਂ ਨੇ ਸਾਡਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਸਾਡਾ ਅਕਾਲ ਤਖਤ ਸਾਹਿਬ ਢਾਇਆ, ਦੁੱਧ ਪੀਂਦੇ ਜਿਹੜੇ ਬੱਚੇ ਆ ਉਹ ਵੀ ਨਹੀਂ ਬਖਸ਼ੇ। ਸੰਤਾਂ ਨੇ ਆਖਿਆ ਸੀ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਜਿਹੜੀ ਨੀਂਹ ਆ ਉਹ ਰੱਖੀ ਜਾਏਗੀ। ਹੁਣ ਤੁਸੀਂ ਦੇਖੋ, ਜਦੋਂ ਇਹਨਾਂ ਨੇ ਸਾਨੂੰ ਇਨਸਾਫ ਹੀ ਨਹੀਂ ਦੇਣਾ, ਬੰਦੀ ਸਿੰਘ ਰਿਹਾ ਹੀ ਨਹੀਂ ਕਰਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ, ਦੋਸ਼ੀਆਂ ਨੂੰ ਫੜਦੇ ਨਹੀਂ ਆ। ਜੇਕਰ ਸਿੱਖ ਕੌਮ ਦੇ ਦਬਾਅ ਹੇਠ ਫੜ ਵੀ ਲੈਂਦੇ ਆ, ਬਾਅਦ ਵਿੱਚ ਉਹਨਾਂ ਨੂੰ ਛੇਤੀ ਹੀ ਰਿਹਾ ਕਰ ਦਿੱਤਾ ਜਾਂਦਾ। ਜ਼ਮਾਨਤਾਂ ਉਹਨਾਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਮਿਲ ਜਾਂਦੀਆਂ ਆ, ਬਾਅਦ ਵਿੱਚ ਗਨਮੈਨ ਵੀ ਦਿੱਤੇ ਜਾਂਦੇ ਆ। ਜਦੋਂ ਸਾਡਾ ਇੱਥੇ ਇਸ਼ਟੀ ਸੁਰੱਖਿਅਤ ਨਹੀਂ, ਸਾਡਾ ਧਰਮ ਬੋਲੀ ਸੱਭਿਆਚਾਰ ਜਿਹੜਾ ਸੁਰੱਖਿਅਤ ਨਹੀਂ ਆ, ਫਿਰ ਖਾਲਿਸਤਾਨ ਦੀ ਗੱਲ ਸਿੱਖ ਕਿਉਂ ਨਹੀਂ ਕਰਨਗੇ। 1947 ਦੇ ਵਿੱਚ ਸਿੱਖ ਆਗੂਆਂ ਨੇ ਆਪਣੀ ਜਿਹੜੀ ਕਿਸਮਤ ਹੈ ਉਹ ਭਾਰਤ ਦੇ ਨਾਲ ਜੋੜੀ ਸੀ। ਇਹਨਾਂ ਨੂੰ ਚਾਹੀਦਾ ਸੀ ਕਿ ਇਹ ਸਾਡੇ ਨਾਲ ਅਜਿਹਾ ਜਿਹੜਾ ਵਿਹਾਰ ਆ ਉਹ ਕਰਦੇ ਕਿ ਲੋਕ ਕਹਿੰਦੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਜੋ ਇਹਨਾਂ ਨੇ ਹਿੰਦੂ ਸਾਮਰਾਜ ਨੇ, ਹਿੰਦੂ ਹਾਕਮਾਂ ਨੇ ਸਾਡੇ ਨਾਲ ਵਤੀਰਾ ਕੀਤਾ, ਉਹ ਫਿਰ ਇਹ ਕਹਿਣਾ ਤੇ ਬਣਦਾ ਆ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਹੁਣ ਸਿੱਖਾਂ ਦਾ ਜਿਹੜਾ ਸੱਭਿਆਚਾਰ ਆ, ਪਹਿਰਾਵਾ ਆ, ਜਾਂ ਸਿੱਖਾਂ ਦਾ ਇਸ਼ਟ ਆ, ਸਿੱਖਾਂ ਦੇ ਹੱਕ ਹਕੂਕ ਆ, ਉਹ ਖਾਲਿਸਤਾਨ ਦੇ ਵਿੱਚ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ। ਸੋ ਅਮਿਤ ਸ਼ਾਹ ਇਹਨੂੰ ਰੋਕ ਨਹੀਂ ਸਕਦਾ ਖਾਲਿਸਤਾਨ ਨੂੰ। ਗੁਰਬਾਣੀ ਖੰਡਬਾਣੀ ਦੇਖ ਰਹੇ ਹੋ ਤੁਸੀਂ। ਮੈਂ ਰਵਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਕੌਮੀ ਸਾਹਿਬ ਮੋਰਚੇ ਵਿੱਚ ਬੈਠੇ ਹਾਂ ਤੇ ਆਪਣੇ ਨਾਲ ਮੌਜੂਦ ਨੇ ਭਾਈ ਅੰਗਦ ਸਿੰਘ ਖਾਲਸਾ ਜੀ ਜੋ ਕਿ ਜੰਮੂ ਤੋਂ ਆਏ ਨੇ, ਤੇ ਨਾਲ ਹੀ ਆਪਣੇ ਨਾਲ ਵੀਰ ਭਾਈ ਰਣਜੀਤ ਸਿੰਘ ਖਾਲਸਾ ਜੀ ਜੋ ਦਮਦਮੀ ਟਕਸਾਲ ਤੋਂ ਆਏ ਨੇ। ਗੱਲਬਾਤ ਕਰਾਂਗੇ ਕੌਮੀ ਸਾਹਿਬ ਮੋਰਚਾ ਜਿਸ ਤਰ੍ਹਾਂ ਕਿ 7 ਤਰੀਕ ਤੋਂ ਲੱਗਿਆ ਹੋਇਆ, ਪਰ ਉਸ ਤੋਂ ਲੈ ਕੇ 1 ਮਹੀਨੇ ਤੋਂ 1.5 ਮਹੀਨੇ ਦਾ ਸਮਾਂ ਹੋ ਚੁੱਕੇ ਆ ਤਕਰੀਬਨ, ਪਰ ਹਾਲੇ ਤੱਕ ਸਰਕਾਰਾਂ ਦੇ ਨਾਲ ਜੋ ਗੱਲਬਾਤ ਹੋ ਰਹੀ ਹੈ, ਪਰ ਕਿਸੇ ਤਰ੍ਹਾਂ ਦੀ ਲੱਗਦਾ ਨਹੀਂ ਵੀ ਸਰਕਾਰਾਂ ਇਸ ਮੋਰਚੇ ਦੀ ਜੋ ਬੰਦੀ ਸਿੰਘਾਂ ਦੀ ਰਹਿ ਨੂੰ ਲੈ ਕੇ ਤੇ 328 ਰੁਪਏ ਦੀ ਬੇਅਦਬੀ ਨੂੰ ਲੈ ਕੇ ਜੋ ਮਸਲਾ ਚੱਲ ਰਿਹਾ, ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ, ਤੁਹਾਡਾ ਕੀ ਕਹਿਣਾ ਇਸ ਮੋਰਚੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਮੋਰਚਾ ਲੱਗਾ ਆ, ਇਹ ਬੜਾ ਗੰਭੀਰ ਆ ਤੇ ਬੜਾ ਅਹਿਮ ਆ। ਲੰਬੇ ਸਮੇਂ ਤੋਂ ਬੇਅਦਬੀ ਦੇ ਮੁੱਦੇ 'ਤੇ ਵੀ ਜਿਹੜਾ ਸੰਘਰਸ਼ ਆ ਕੌਮ ਲੜ ਰਹੀ ਆ, ਮੋਰਚੇ ਜਿਹੜੇ ਸੀ ਉਹ ਲੱਗ ਰਹੇ ਆ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਹੁੰਦੀ ਰਹੀ, ਮਾਰਚਾਂ ਰਾਹੀਂ, ਪ੍ਰੋਟੈਸਟ ਰਾਹੀਂ, ਜਾਂ ਸਮਾਗਮਾਂ ਰਾਹੀਂ, ਰੈਲੀਆਂ ਰਾਹੀਂ, ਜਾਂ ਕਿਸੇ ਹੋਰ ਪ੍ਰਕਾਰ ਦੇ ਨਾਲ। ਪਰ ਹੁਣ 27 ਜਨਵਰੀ 2023 ਤੋਂ ਇੱਕ ਵੱਡਾ ਜਿਹੜਾ ਮੋਰਚਾ ਆ ਉਹ ਮੁਹਾਲੀ ਚੰਡੀਗੜ੍ਹ ਦੇ ਵਿੱਚ ਲੱਗਾ ਆ, ਤਾਂ ਜੋ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਆ ਉਹ ਕਰਵਾ ਸਕੀਏ। ਇਸ ਮੋਰਚੇ ਦੇ ਵਿੱਚ ਕੌਮ ਇਕਜੁੱਟ ਆ, ਇਕਮੁੱਠ ਆ, ਤੇ ਲੇਕਿਨ ਫਿਰ ਵੀ ਸਰਕਾਰ ਦੇ ਬੋਲੇ ਕੰਨਾਂ ਤੱਕ ਜਿਹੜੀ ਆਵਾਜ਼ ਆ ਨਹੀਂ ਪਹੁੰਚ ਰਹੀ, ਜਾਂ ਇਹ ਕਹਿ ਰਹੀ ਹੈ ਕਿ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਸਾਡੀ ਮੰਗ ਨੂੰ, ਸਾਡੇ ਹੱਕਾਂ ਹਕੂਕਾਂ ਨੂੰ ਜਿਹੜਾ ਆ ਉਹ ਅਣਗੌਲਿਆ ਕਰ ਰਹੀ ਹੈ। ਲੇਕਿਨ ਜਿਸ ਤਰੀਕੇ ਨਾਲ ਇੱਥੇ ਸਿੱਖ ਜਵਾਨੀ ਪਹੁੰਚ ਰਹੀ ਹੈ, ਸਿੱਖ ਸੰਗਤਾਂ ਪਹੁੰਚ ਰਹੀਆਂ ਆ, ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਜਿਹੜੇ ਹੱਕ ਲੈਣ ਦੇ ਲਈ ਅੱਜ ਵੀ ਜਿਹੜੇ ਆ ਉਹ ਯਤਨਸ਼ੀਲ ਆ। ਬੰਦੀ ਸਿੰਘਾਂ ਨੂੰ ਕੌਮ ਜਿਹੜਾ ਆ ਉਹ ਕਿੰਨਾ ਜਿਹੜਾ ਪਿਆਰ ਆ ਉਹ ਕਰਦੀ ਆ। ਸਰਕਾਰ ਟਾਲ ਮਟੋਲਾ ਜਿਹੜਾ ਆ ਉਹ ਕਰ ਰਹੀ ਹੈ, ਸਰਕਾਰ ਸਿੰਘਾਂ ਦੇ ਜਿਹੜੇ ਕੇਸ ਆ ਉਹ ਵੀ ਲਮਕਾ ਰਹੀ ਹੈ, ਰਿਹਾਈਆਂ ਜਿਹੜਾ ਆ ਉਹ ਨਹੀਂ ਹੋਣ ਦੇ ਰਹੀ। ਲੇਕਿਨ ਕੌਮ ਨੇ ਹੁਣ ਕਮਰ ਕੱਸੇ ਕਰ ਲਏ ਹੋਏ ਆ, ਲੱਕ ਬੰਨ੍ਹ ਲਏ ਹੋਏ ਆ ਕਿ ਅਸੀਂ ਆਪਣੇ ਸਿੰਘਾਂ ਨੂੰ ਜਿਹੜਾ ਰਿਹਾ ਆ ਜ਼ਰੂਰ ਕਰਾਵਾਂਗੇ। ਜਿਵੇਂ ਕਿਸਾਨੀ ਮੋਰਚਾ ਜਿੱਤਿਆ ਗਿਆ ਸੀ, ਇਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਵੱਸ਼ ਜਿਹੜਾ ਆ ਉਹ ਫਤਿਹ ਹੋਵੇਗਾ। ਤੁਸੀਂ ਕਿਹਾ ਵੀ ਬੰਦੀ ਸਿੰਘਾਂ ਨੂੰ ਰਿਹਾ ਹੀ ਕਰਾਵਾਂਗੇ, ਪਰ ਲੱਗਦਾ ਤਾਂ ਹੈ ਨਹੀਂ ਵੀ ਕਿਸ ਤਰ੍ਹਾਂ ਵੀ ਜਿਸ ਤਰ੍ਹਾਂ ਭਾਈ ਰਾਜਵਾਨੀ ਦਾ ਬਿਆਨ ਆਇਆ ਵੀ ਮੇਰਾ ਇਸ ਮੋਰਚੇ ਨਾਲ ਸੰਬੰਧ ਨਹੀਂ ਕੋਈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਜੋ ਇਸ ਬਿਆਨ ਉਹਨਾਂ ਨੇ ਦਿੱਤਾ ਵੀ ਕੋਈ ਪ੍ਰੈਸ਼ਰ ਵਿੱਚ ਆ ਕੇ ਜਾਂ ਕਿਸੇ ਦੇ ਦਿੱਤਾ, ਜਾਂ ਕੋਈ ਉਹਨਾਂ ਨੂੰ ਸਿਆਸੀ ਲਾਹਾ ਲੱਗਦਾ ਵੀ ਜਿਵੇਂ ਕਿ ਹੁਣ ਦੱਸਿਆ ਜਾ ਰਿਹਾ ਵੀ ਕਿ ਅਕਾਲੀ ਦਲ ਦੇ ਨਾਲ ਉਹਨਾਂ ਦੀ ਭੈਣ ਬੀਬੀ ਕਿਰਨਦੀਪ ਕੌਰ ਖੜੇ ਸੀ ਪਿਛਲੇ ਸਾਲ ਹੀ ਇਲੈਕਸ਼ਨ ਦੇ ਵਿੱਚ, ਤੇ ਕੀ ਉਹ ਵੀ ਇਸ ਦਾ ਲਾਹਾ ਲੈਣ ਕਰਕੇ ਬਾਦਲਾਂ ਦੇ ਨਾਲ ਉਹਨਾਂ ਦਾ ਕੋਈ ਤਾਲਮੇਲ ਹੈ? ਦੇਖੋ, ਮਾੜੇ ਮੋਟੇ ਜਿਹੜੇ ਵਖਰੇਵੇਂ ਮਤਭੇਦ ਆ ਉਹ ਆਮ ਹੀ ਹੁੰਦੇ ਆ, ਤੇ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੋਰਚੇ ਦੇ ਨਾਲ ਸੰਬੰਧਿਤ ਕੋਈ ਮਤਭੇਦ ਹੋਏਗਾ ਜਾਂ ਕੋਈ ਹੋਰ ਰਾਏ ਹੋਵੇਗੀ ਤੇ ਇਹ ਉਹਨਾਂ ਦਾ ਆਪਣਾ ਜਿਹੜਾ ਖਿਆਲ ਆ। ਪਰ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਸਮੁੱਚੀ ਜਿਹੜੀ ਸਿੱਖ ਕੌਮ ਆ ਉਹ ਬਹੁਤ ਸਤਿਕਾਰ ਕਰਦੀ ਆ, ਉਹਨਾਂ ਦੀ ਕੁਰਬਾਨੀ ਜਿਹੜੀ ਬੜੀ ਵੱਡੀ ਆ, ਉਹਨਾਂ ਨੂੰ ਸਿਜਦਾ ਆ, ਉਹਨਾਂ ਨੂੰ ਸਿਰ ਝੁਕਾ ਕੇ ਜਿਹੜਾ ਸਾਡਾ ਜਿਹੜਾ ਆ ਉਹ ਪ੍ਰਣਾਮ ਆ। 2012 ਦੇ ਵਿੱਚ ਵੀ ਬੜਾ ਵੱਡਾ ਲੰਬਾ ਸੰਘਰਸ਼ ਕਰਕੇ ਖਾਲਸਾ ਪੰਥ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਜਿਹੜੀ ਫਾਂਸੀ ਸੀ ਉਹ ਰੁਕਵਾਈ ਸੀ।
ਬਾਕੀ ਜੇਲ੍ਹਾਂ ਦੇ ਵਿੱਚ ਜਿਹੜੇ ਸਾਡੇ ਸਿੰਘ ਨਜ਼ਰਬੰਦ ਆ ਉਹਨਾਂ ਤੱਕ ਪੂਰੀ ਜਿਹੜੀ ਜਾਣਕਾਰੀ ਆ ਉਹ ਨਹੀਂ ਪਹੁੰਚਦੀ। ਹੋ ਸਕਦਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਨਾ ਪਤਾ ਹੋਵੇ ਕਿ ਜਿਨ੍ਹਾਂ ਨੂੰ ਉਹ ਅਕਾਲੀ ਸਮਝ ਰਹੇ ਆ ਉਹ ਅਕਾਲੀ ਨਹੀਂ ਰਹੇ, ਉਹ ਅਸਲ ਵਿੱਚ ਬਾਦਲ ਦਲ ਆ। ਅਕਾਲੀ ਦਲ ਹੋ ਰਿਹਾ ਤੇ ਬਾਦਲ ਦਲ ਹੋ ਰਿਹਾ। ਅਕਾਲੀ ਦਲ ਤੇ ਉਹ ਆ ਨਾ ਜਿਹੜੇ ਪੰਥ ਵਸੇਵਾਂ ਉਜੜਾ ਸਿਧਾਂਤ ਦੇ ਧਾਰਨੀ ਗੁਰਸਿੱਖ ਆ, ਜਿਹੜੇ ਅਕਾਲ ਦੇ ਪੁਜਾਰੀ ਆ। ਪਰ ਦੂਜੇ ਪਾਸੇ ਜਿਹੜੇ ਬਾਦਲ ਕੇ ਆ ਉਹ ਕਹਿੰਦੇ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਆ, ਪੰਥ ਭਾਵੇਂ ਟੱਠੇ ਖੂਹ ਦੇ ਵਿੱਚ ਜਿਹੜਾ ਆ ਉਹ ਪਵੇ। ਇਹਨਾਂ ਨੂੰ ਬਾਦਲ ਕਿਆਂ ਨੂੰ ਨਾ ਕੋਈ ਬੰਦੀ ਸਿੰਘਾਂ ਤੇ ਨਾਲ ਕੋਈ ਲੈਣਾ ਦੇਣਾ ਆ ਤੇ ਨਾ ਕੋਈ ਪੰਥ ਦਾ ਲੈਣਾ ਦੇਣਾ। ਇਹਨਾਂ ਨੇ ਤਾਂ ਬੜਾ ਪੰਥ ਦਾ ਜਿਹੜਾ ਕਹਾਣ ਆ ਉਹ ਕੀਤਾ ਆ। ਸੋ ਇਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮੈਂ ਸਮਝਦਾ ਕਿ ਹੋ ਸਕਦਾ ਉਹਨਾਂ ਨੂੰ ਜਾਣਕਾਰੀ ਨਾ ਹੋਵੇ, ਪਰ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਆ ਭਾਈ ਸਾਹਿਬ ਕਿ ਭਾਈ ਜਿਹੜੇ ਬਾਦਲ ਕੇ ਆ ਉਹ ਇੱਕ ਇਹੋ ਜਿਹਾ ਚਿੱਕੜ ਆ ਜਿਹੜੇ ਇਹਨਾਂ ਦੇ ਵਿੱਚ ਵੜਨਗੇ ਉਹ ਲਿਬੜ ਜਾਣਗੇ। ਸੋ ਤੁਸੀਂ ਆਪਣੀ ਜਿਹੜੀ ਸ਼ਾਨ ਆ ਉਹਨੂੰ ਜਿਹੜਾ ਆ ਬਰਕਰਾਰ ਰੱਖੋ ਤੇ ਬਾਦਲ ਕਿਆਂ ਤੋਂ ਜਿਹੜਾ ਆ ਉਹ ਪਾਸਾ ਜਿਹੜਾ ਆ ਉਹ ਆਪਣਾ ਵੱਖਰਾ ਜਿਹੜਾ ਆ ਉਹ ਰੱਖੋ ਤੇ ਕੌਮੀ ਹਿੱਤਾਂ ਦੇ ਵਿੱਚ, ਕਿਉਂਕਿ ਉਹਨਾਂ ਵੱਲੋਂ ਦਿੱਤਾ ਬਿਆਨ ਬੜੀ ਅਹਿਮ ਜਿਹੜਾ ਆ ਗੱਲ ਰੱਖਦਾ ਆ। ਸੋ ਜਿਹੜੀ ਵੀ ਉਹਨਾਂ ਨੇ ਗੱਲ ਕਰਨੀ ਆ ਉਹ ਬੜਾ ਵਿਚਾਰ ਕੇ ਜਿਹੜੇ ਪੰਥ ਦੇ ਹਿੱਤਾਂ ਦੇ ਵਿੱਚ ਹੋਵੇ ਉਹੀ ਗੱਲ ਕਰਨੀ ਚਾਹੀਦੀ ਆ ਕਿ ਜੇਕਰ ਉਹ ਇਹੋ ਜਿਹੇ ਬਿਆਨ ਦੇਣਗੇ ਤੇ ਇਹਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਰੋਸ ਵੀ ਆਏਗਾ ਤੇ ਮਨ ਵੀ ਦੁਖੇਗਾ। ਜਿਸ ਤਰ੍ਹਾਂ ਤੁਸੀਂ ਕਿ ਵੀ ਉਹਨਾਂ ਦਾ ਮਨ ਵੀ ਮਤਲਬ ਸਿੱਖ ਸੰਗਤਾਂ ਦੇ ਵਿੱਚ ਰੋਸ ਵੀ ਆਏਗਾ ਤੇ ਉਹਨਾਂ ਦਾ ਮਨ ਵੀ ਦੁਖੇਗਾ। ਪਰ ਹੁਣ ਪਿੱਛੇ ਜੇ ਜਦੋਂ ਲਾਠੀ ਚਾਰਜ ਹੋਇਆ ਸੀਗਾ ਉਸ ਵੇਲੇ ਵੀ ਕਈ ਨੌਜਵਾਨ ਕਹਿੰਦੇ ਸੀ ਵੀ ਸਾਡੇ ਮਤਲਬ ਕਿ ਇੱਥੇ ਦੋਹਰੀ ਰਣਨੀਤੀ ਅਪਣਾਈ ਜਾ ਰਹੀ ਹੈ। ਤੁਹਾਨੂੰ ਵੀ ਲੱਗਦਾ ਇੱਥੇ ਵੀ ਦੋਹਰੀ ਰਣਨੀਤੀ ਅਪਣਾਈ ਜਾ ਰਹੀ ਕਿਸ ਤਰ੍ਹਾਂ ਦੀ? ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਮਾੜੇ ਮੋਟੇ ਵਿਚਾਰਕ ਮਤਭੇਦ ਵੱਖਰੇਵੇਂ ਹੁੰਦੇ ਆ, ਪਰ ਜੇਕਰ ਅਸੀਂ ਇਹ ਸੰਘਰਸ਼ ਜੇਕਰ ਜਿੱਤਣਾ ਆ ਤਾਂ ਸਾਨੂੰ ਇਕਜੁੱਟ ਇੱਕ ਮੁੱਠ ਜਿਹੜਾ ਰਹਿਣਾ ਚਾਹੀਦਾ। ਸਰਕਾਰ ਨੂੰ ਆਪਣੀ ਜਿਹੜੀ ਤਾਕਤ ਆ ਉਹ ਦਿਖਾਉਣੀ ਚਾਹੀਦੀ ਹੈ। ਜੇਕਰ ਇਹ ਇਕੱਲੀ ਉਂਗਲ ਹੋ ਜਾਏਗੀ ਤੇ ਇਹਦੇ ਵਿੱਚ ਜਿਹੜੀ ਜਾਨ ਹੈ ਉਹ ਨਹੀਂ ਰਹਿ ਜਾਏਗੀ। ਪਰ ਜਦੋਂ ਅਸੀਂ ਇਕਜੁੱਟ ਹੋ ਗਏ ਇੱਕ ਮੁੱਠ ਹੋ ਜਾਵਾਂਗੇ ਫਿਰ ਇੱਕ ਹਥੌੜਾ ਮੁੱਕਾ ਜਿਹੜਾ ਹੈ ਉਹ ਬਣ ਜਾਏਗਾ ਤੇ ਸਰਕਾਰਾਂ ਦੇ ਉੱਤੇ ਜਦੋਂ ਅਸੀਂ ਅਟੈਕ ਕਰਾਂਗੇ, ਕਹਿਣ ਤੋਂ ਭਾਵ ਸੰਘਰਸ਼ ਲੜਾਂਗੇ, ਆਪਣੀ ਜਦੋਜਹਿਦ ਜਾਰੀ ਕਰਾਂਗੇ, ਇਕਜੁੱਟ ਹੋ ਕੇ ਆਪਣੀ ਉਹਨਾਂ ਨੂੰ ਤਾਕਤ ਜਿਹੜੀ ਆ ਉਹ ਦਿਖਾਵਾਂਗੇ, ਫਿਰ ਸਰਕਾਰਾਂ ਜਿਹੜੀਆਂ ਉਹ ਜ਼ਰੂਰ ਝੁਕਣਗੀਆਂ। ਫਿਰ ਉਹਨਾਂ ਨੂੰ ਕੌਮ ਦਾ ਜਿਹੜਾ ਪੰਥ ਦਾ ਜਿਹੜਾ ਡਰ ਹੋਏਗਾ। ਪਰ ਜੇਕਰ ਅਸੀਂ ਤੀਲਾ ਹੋ ਗਏ ਫਿਰ ਸਰਕਾਰਾਂ ਉੱਤੇ ਵੀ ਕੋਈ ਬਹੁਤਾ ਜਿਹੜਾ ਅਸਰ ਆ ਉਹ ਨਹੀਂ ਪੈਣਾ। ਬਾਕੀ ਚਾਹੇ ਪ੍ਰਬੰਧਕ ਜਨ ਹੋਣ ਚਾਹੇ ਮੋਰਚੇ ਵਿੱਚ ਹਿੱਸਾ ਲੈਣ ਵਾਲੇ ਹੋਣ, ਸਾਰਿਆਂ ਨੂੰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਪੰਥ ਅਤੇ ਪੰਜਾਬ ਦੇ ਹੱਕ ਦੇ ਵਿੱਚ ਹੋਵੇ। ਪੰਥ ਅਤੇ ਪੰਜਾਬ ਦੀ ਹਿਤੈਸ਼ੀ ਜਿਹੜੀ ਗੱਲ ਆ ਉਹੀ ਕਰਨੀ ਚਾਹੀਦੀ। ਨੌਜਵਾਨਾਂ ਦੀ ਇਸ ਮੋਰਚੇ ਦੇ ਵਿੱਚ ਵੱਡੀ ਗਿਣਤੀ ਆ। ਸੋ ਨੌਜਵਾਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਜਿਹੜਾ ਨਿਰਾਸ਼ ਆ ਉਹ ਨਹੀਂ ਕਰਨਾ ਚਾਹੀਦਾ। ਕੌਮੀ ਆਜ਼ਾਦੀ ਦੀ ਜਿਹੜੀ ਗੱਲ ਆ ਉਹ ਵੀ ਇੱਥੋਂ ਹੋਣੀ ਚਾਹੀਦੀ ਆ, ਕਿਉਂਕਿ 4 ਮੁੱਦਿਆਂ ਤੇ ਰਾਹੀਂ ਨਾਲ ਅਸੀਂ ਆਪਣੇ ਖਾਲਿਸਤਾਨ ਦੇ ਸੰਘਰਸ਼ ਨੂੰ ਵੀ ਜਿਹੜਾ ਮਜ਼ਬੂਤ ਆ ਉਹ ਕਰਨਾ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਵੀ ਲੈਣਾ ਆ। ਬੰਦੀ ਸਿੰਘ ਆਪਣੇ ਰਿਹਾ ਜਿਹੜੇ ਆ ਉਹ ਵੀ ਕਰਵਾਉਣੇ ਆ। ਗੱਲ ਕਰੀਏ ਅਮਿਤ ਸ਼ਾਹ ਦੀ। ਅਮਿਤ ਸ਼ਾਹ ਨੇ ਹੁਣ ਪਿੱਛੇ ਬਿਆਨ ਦੇ ਵਿੱਚ ਕਿਹਾ ਸੀਗਾ ਵੀ ਖਾਲਿਸਤਾਨ ਦੇ ਪਣਪਣ ਨਹੀਂ ਦਿੱਤਾ ਜਾਏਗਾ, ਸਾਡੀਆਂ ਅੱਖਾਂ ਨੇ ਉਹਨਾਂ ਤੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਬਾਰੇ? ਤੇ ਵੀ ਅਮਰਤਪਾਲ ਜੀ ਜਦੋਂ ਕਹਿੰਦੇ ਨੇ ਵੀ ਟਿੱਪਣੀ ਕਰਦੇ ਨੇ ਵੀ ਇੱਦਾਂ ਦੇ ਕੋਈ ਹਿੰਦੂ ਰਾਸ਼ਟਰ ਦੇ ਮਤਲਬ ਕਿ ਕੋਈ ਇਸ ਵਾਰ ਗੱਲਬਾਤ ਕਰਦੇ ਨੇ ਜਾਂ ਈਸਾਈ ਧਰਮ ਬਾਰੇ ਗੱਲ ਕਰਦੇ ਨੇ ਉਦੋਂ 295 ਦੀ ਧਾਰਾ ਲੱਗਦੀ ਹੈ, ਮਤਲਬ ਲਾ ਦਿੰਦੇ ਨੇ ਸਿੱਖਾਂ ਤੇ। ਪਰ ਜਦੋਂ ਇਹ ਗੱਲ ਕਰਨ ਹਿੰਦੂ ਰਾਸ਼ਟਰ ਦੀ ਗੱਲਬਾਤ ਕਰਦੇ ਫਿਰ ਕਹਿੰਦੇ ਵੀ 295 ਧਾਰਾ ਮਤਲਬ ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ। ਦੇਖੋ ਤੁਸੀਂ ਅਮਿਤ ਸ਼ਾਹ ਦੀ ਜਿਹੜੀ ਗੱਲ ਆ ਉਹ ਕੀਤੀ ਆ, ਖਾਲਿਸਤਾਨ ਨੂੰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬਾਕੀ ਜਿਹੜੀ ਗੱਲ ਅਮਿਤ ਸ਼ਾਹ ਜਿਹੜੀ ਉਹ ਕਹਿ ਰਿਹਾ ਆ, ਸਾਨੂੰ ਖਾਲਿਸਤਾਨ ਦੇ ਰਾਹ ਪਾਉਣ ਵਾਲੇ ਵੀ ਪਹਿਲਾਂ ਇਹੀ ਲੋਕ ਆ। ਇਹਨਾਂ ਨੇ ਸਾਡਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਸਾਡਾ ਅਕਾਲ ਤਖਤ ਸਾਹਿਬ ਢਾਇਆ, ਦੁੱਧ ਪੀਂਦੇ ਜਿਹੜੇ ਬੱਚੇ ਆ ਉਹ ਵੀ ਨਹੀਂ ਬਖਸ਼ੇ। ਸੰਤਾਂ ਨੇ ਆਖਿਆ ਸੀ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਜਿਹੜੀ ਨੀਂਹ ਆ ਉਹ ਰੱਖੀ ਜਾਏਗੀ। ਹੁਣ ਤੁਸੀਂ ਦੇਖੋ ਜਦੋਂ ਇਹਨਾਂ ਨੇ ਸਾਨੂੰ ਇਨਸਾਫ ਹੀ ਨਹੀਂ ਦੇਣਾ, ਬੰਦੀ ਸਿੰਘ ਰਿਹਾ ਹੀ ਨਹੀਂ ਕਰਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ, ਦੋਸ਼ੀਆਂ ਨੂੰ ਫੜਦੇ ਨਹੀਂ ਆ। ਜੇਕਰ ਸਿੱਖ ਕੌਮ ਦੇ ਦਬਾਅ ਹੇਠ ਫੜ ਵੀ ਲੈਂਦੇ ਆ ਬਾਅਦ ਵਿੱਚ ਉਹਨਾਂ ਨੂੰ ਛੇਤੀ ਹੀ ਰਿਹਾ ਕਰ ਦਿੱਤਾ ਜਾਂਦਾ। ਜ਼ਮਾਨਤਾਂ ਉਹਨਾਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਮਿਲ ਜਾਂਦੀਆਂ ਆ, ਬਾਅਦ ਵਿੱਚ ਗਨਮੈਨ ਵੀ ਦਿੱਤੇ ਜਾਂਦੇ ਆ। ਜਦੋਂ ਸਾਡਾ ਇੱਥੇ ਇਸ਼ਟੀ ਸੁਰੱਖਿਅਤ ਨਹੀਂ, ਸਾਡਾ ਧਰਮ ਬੋਲੀ ਸੱਭਿਆਚਾਰ ਜਿਹੜਾ ਸੁਰੱਖਿਅਤ ਨਹੀਂ ਆ, ਫਿਰ ਖਾਲਿਸਤਾਨ ਦੀ ਗੱਲ ਸਿੱਖ ਕਿਉਂ ਨਹੀਂ ਕਰਨਗੇ? 1947 ਦੇ ਵਿੱਚ ਸਿੱਖ ਆਗੂਆਂ ਨੇ ਆਪਣੀ ਜਿਹੜੀ ਕਿਸਮਤ ਹੈ ਉਹ ਭਾਰਤ ਦੇ ਨਾਲ ਜੋੜੀ ਸੀ। ਇਹਨਾਂ ਨੂੰ ਚਾਹੀਦਾ ਸੀ ਕਿ ਇਹ ਸਾਡੇ ਨਾਲ ਅਜਿਹਾ ਜਿਹੜਾ ਵਿਹਾਰ ਆ ਉਹ ਕਰਦੇ ਕਿ ਲੋਕ ਕਹਿੰਦੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਜੋ ਇਹਨਾਂ ਨੇ ਹਿੰਦੂ ਸਾਮਰਾਜ ਨੇ, ਹਿੰਦੂ ਹਾਕਮਾਂ ਨੇ ਸਾਡੇ ਨਾਲ ਵਤੀਰਾ ਕੀਤਾ, ਉਹ ਫਿਰ ਇਹ ਕਹਿਣਾ ਤੇ ਬਣਦਾ ਆ
ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਹੁਣ ਸਿੱਖਾਂ ਦਾ ਜਿਹੜਾ ਸੱਭਿਆਚਾਰ ਆ, ਪਹਿਰਾਵਾ ਆ, ਜਾਂ ਸਿੱਖਾਂ ਦਾ ਇਸ਼ਟ ਆ, ਸਿੱਖਾਂ ਦੇ ਹੱਕ ਹਕੂਕ ਆ, ਉਹ ਖਾਲਿਸਤਾਨ ਦੇ ਵਿੱਚ ਹੀ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ। ਸੋ ਅਮਿਤ ਸ਼ਾਹ ਇਹਨੂੰ ਰੋਕ ਨਹੀਂ ਸਕਦਾ ਖਾਲਿਸਤਾਨ ਨੂੰ। ਤੁਸੀਂ ਦੇਖੋ ਕਿ 30-40 ਸਾਲ ਪਹਿਲਾਂ ਭਾਵੇਂ ਇਹ ਜਿਹੜਾ ਸੰਘਰਸ਼ ਆ ਸ਼ੁਰੂ ਹੋਇਆ ਸੀ 1984 ਦੇ ਵਿੱਚ ਸਹੀ ਰੂਪ ਦੇ ਵਿੱਚ, ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਭਾਵੇਂ ਕਿ ਪਹਿਲਾਂ ਵੀ ਖਾਲਿਸਤਾਨ ਦੀ ਗੱਲ ਚੱਲਦੀ ਰਹੀ ਹੈ, ਪਰ ਉਸ ਤੋਂ ਬਾਅਦ ਅਸੀਂ ਖਾਲਿਸਤਾਨ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਵੀ ਲੜਿਆ, ਰਾਜਨੀਤਿਕ ਤਰੀਕੇ ਦੇ ਨਾਲ, ਸਿਧਾਂਤਕ ਤਰੀਕੇ ਦੇ ਨਾਲ। ਅੱਜ ਵੀ ਸਾਡੀ ਜਿਹੜੀ ਗੱਲ ਆ ਉਹ ਜਾਰੀ ਆ, ਤੇ ਇਹ ਜਿਹੜੀ ਜੰਗ ਹੈ ਉਹ ਜਾਰੀ ਰਹੇਗੀ ਜਿੰਨਾ ਚਿਰ ਤੱਕ ਇੱਥੇ ਜਿਹੜਾ ਖਾਲਿਸਤਾਨ ਸਥਾਪਿਤ ਹੈ ਉਹ ਨਹੀਂ ਹੋ ਜਾਂਦਾ। ਤੁਸੀਂ ਦੇਖੋ ਕਿ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਿੱਖ ਰਾਸ਼ਟਰ ਦੀ ਗੱਲ ਕਰਦੇ ਹਾਂ, ਇਹ ਦੇਸ਼ ਧਰੋਹ ਦੇ ਜਿਹੜੇ ਸਾਡੇ ਉੱਤੇ ਪਰਚੇ ਆ ਉਹ ਪਾ ਦਿੰਦੇ ਆ। ਜਦੋਂ ਹੁਣ ਅਸੀਂ ਭਾਰਤ ਨੂੰ ਆਪਣਾ ਦੇਸ਼ ਹੀ ਨਹੀਂ ਮੰਨਦੇ, ਤੇ ਫਿਰ ਉਹ ਦੇਸ਼ ਧਰੋਹ ਜਿਹੜਾ ਆ ਉਹ ਕਿਵੇਂ ਹੋਇਆ? ਇਹ ਦੇਸ਼ ਧਰੋਹ ਦੀ ਗੱਲ ਕਰ, ਦੇਸ਼ ਧਰੋਹੀ ਤੇ ਇਹ ਲੋਕ ਆ ਜਿਨ੍ਹਾਂ ਨੇ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਢਾਇਆ, ਜਿਨ੍ਹਾਂ ਸਿੱਖਾਂ ਨੇ ਦੇਸ਼ ਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਸਿੱਖਾਂ ਦੇ ਨਾਲ ਹੀ ਇਹ ਵੈਰ ਕਮਾ ਰਹੇ ਆ। ਸਾਨੂੰ ਫਾਂਸੀਆਂ ਜਿਹੜੀਆਂ ਸਾਡੇ ਸਿੰਘਾਂ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ, ਕਾਲ ਕੋਠਰੀਆਂ ਦੇ ਵਿੱਚ ਨਜ਼ਰਬੰਦ ਜਿਹੜਾ ਇਹ ਕੀਤਾ, ਦੇਸ਼ ਲਈ ਅਸੀਂ ਕੁਰਬਾਨੀਆਂ ਕੀਤੀਆਂ, ਪਰ ਇਹਨਾਂ ਨੇ ਤਾਂ ਸਾਨੂੰ ਉੱਤਰੀ ਭਾਰਤ ਵਿੱਚ ਕੋਈ ਇਹੋ ਜਿਹਾ ਖਿੱਤਾ ਵੀ ਨਹੀਂ ਦੇ ਸਕੇ ਜਿਹਦੇ ਵਿੱਚ ਅਸੀਂ ਵੀ ਆਜ਼ਾਦੀ ਦਾ ਜਿਹੜਾ ਖੇਤ ਜਿਹੜਾ ਨਿੱਘ ਉਹ ਮਾਣ ਸਕਦੇ। ਸੋ ਦੇਸ਼ ਧਰੋਹ ਤੇ ਅਸਲ ਵਿੱਚ ਇਹ ਲੋਕ ਆ। ਤੇ ਤੁਹਾਡਾ ਕੋਈ ਹੋਰ ਬਿਆਨ, ਤੁਸੀਂ ਵੀ ਕੋਈ ਹੋਰ ਬਿਆਨ ਦੱਸਣਾ ਚਾਹੋਗੇ ਕੋਈ ਆਪਣੇ? ਮੈਂ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਆ ਕਿ ਆਪਾਂ ਇਕਜੁੱਟ ਹੋਈਏ, ਇਕਮਟ ਹੋਈਏ, ਜਥੇਬੰਦਕ ਢਾਂਚੇ ਦੇ ਵਿੱਚ ਰਹਿ ਕਰਕੇ ਕੌਮ ਦੀਆਂ, ਪੰਥ ਦੀਆਂ, ਧਰਮ ਦੀਆਂ, ਪੰਜਾਬ ਦੀਆਂ, ਸਰਬੱਤ ਦੇ ਭਲੇ ਦੀਆਂ, ਮਨੁੱਖਤਾ ਦੀਆਂ ਜਿਹੜੀਆਂ ਵੱਡੀਆਂ ਸੇਵਾਵਾਂ ਆ ਉਹ ਨਿਭਾਈਏ। ਨੌਜਵਾਨ ਜਿਹੜੇ ਆ ਉਹ ਨਿਰਾਸ਼ਾ ਦੇ ਸਮੁੰਦਰ ਦੇ ਵਿੱਚੋਂ ਬਾਹਰ ਨਿਕਲਣ, ਆਸਵੰਦ ਹੋਣ, ਖਾਲਸਾਈ ਜਿਹੜਾ ਜਜ਼ਬਾ ਆ, ਖਾਲਸਾਈ ਜਾਹੋ ਜਲਾਲ ਦੇ ਵਿੱਚ ਜਿਹੜਾ ਰਹਿਣ, ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਅੰਮ੍ਰਿਤਧਾਰੀ ਹੋਣ, ਕੇ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ, ਸ਼ਸਤਰਧਾਰੀ ਹੋਣ। ਅਤੇ ਹਰੇਕ ਜਿਹੜਾ ਨੌਜਵਾਨ ਆ ਉਹ ਇਸ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹ ਜ਼ਰੂਰ ਕਰੇ, ਚਾਹੇ 2-4 ਦਿਨ ਇੱਥੇ ਰਹਿਣ, ਚਾਹੇ 6 ਦਿਨ, 10 ਦਿਨ, ਕਹਿਣ ਤੋਂ ਭਾਵ ਕਿ ਇੱਥੇ ਥੋੜ੍ਹਾ ਸਮਾਂ ਜਿਹੜਾ ਆ ਉਹ ਜ਼ਰੂਰ ਰਹਿਣ। ਜਿਹੜੇ ਪੱਕੇ ਤੌਰ 'ਤੇ ਆ ਸਕਦੇ ਆ ਉਹ ਪੱਕੇ ਤੌਰ 'ਤੇ ਵੀ ਆਪਣੇ ਜਿਹੜੇ ਟੈਂਟ ਆ ਉਹ ਇੱਥੇ ਗੱਡਣ, ਜਿਵੇਂ ਨਿਹੰਗ ਸਿੰਘ ਇੱਥੇ ਬੈਠੇ ਆ, ਹੋਰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਤੇ ਨੁਮਾਇੰਦੇ, ਹੋਰ ਸੰਗਤਾਂ, ਪਿੰਡਾਂ ਦੀਆਂ ਕਿਸਾਨ ਯੂਨੀਅਨਾਂ ਵੀ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ, ਸੰਪਰਦਾਵਾਂ ਵੀ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਵਾ ਰਹੇ ਆ। ਹਰੇਕ ਪਿੰਡ ਤੋਂ ਜਿਹੜੇ ਜਥੇ ਆ ਉਹ ਹਰ ਰੋਜ਼ ਇੱਥੇ ਹੋਣੇ ਚਾਹੀਦੇ ਆ। ਇਸ ਮੋਰਚਾ, ਇਹ ਪੰਥ ਦਾ ਮੋਰਚਾ, ਇਸ ਮੋਰਚੇ ਨੂੰ ਪੂਰਾ ਜਿਹੜਾ ਭਖਾਉਣਾ ਆ ਉਹ ਚਾਹੀਦਾ ਆ। ਇੱਥੇ ਸਾਡੀ ਨੌਜਵਾਨਾਂ ਦੀ ਖਾਸ ਤੌਰ 'ਤੇ ਜਿਹੜੀ ਵੱਡੀ ਜਿਹੜੀ ਜ਼ਿੰਮੇਵਾਰੀ ਆ ਉਹ ਬਣਦੀ ਆ। ਭਾਈ ਅਮਰਤਪਾਲ ਸਿੰਘ ਜੀ ਖਾਲਸਾ ਵੀ ਆਪਣੀ ਨੌਜਵਾਨੀ ਦੀ ਗੱਲ ਕਰਦੇ ਤੇ ਨਸ਼ਿਆਂ ਦੀ ਗੱਲ ਕਰ ਰਹੇ ਨੇ, ਮਤਲਬ ਕਿ ਰੋਕ ਰਹੇ ਨੇ ਉਹਨਾਂ ਨੂੰ, ਨਸ਼ਿਆਂ ਤੋਂ ਜੋ ਉਲਟ ਜੋ ਚੱਲ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਅੰਮ੍ਰਿਤ ਸੰਚਾਰ ਦੇ ਨਾਲ ਜੋੜ ਰਹੇ ਨੇ ਭਾਈ ਅਮਰ ਸਿੰਘ ਖਾਲਸਾ। ਅੱਜ ਅਮਰਤਪਾਲ ਜੀ ਆਪਣੀ ਪੇਸ਼ੀ ਦੇਣ ਜਾ ਰਹੇ ਨੇ, ਜੇਲ੍ਹ ਦੇ ਵਿੱਚ ਗਏ ਨੇ, ਉੱਥੇ ਘਿਰਾਓ ਕੀਤਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ? ਦੇਖੋ, ਆਪਸੀ ਜਿਹੜਾ ਟਕਰਾਅ ਹੁੰਦਾ ਹੈ ਉਹਦੇ ਵਿੱਚ ਪੰਥ ਦਾ ਜਿਹੜਾ ਨੁਕਸਾਨ ਆ ਉਹ ਹੁੰਦਾ ਆ। ਇਹ ਜਿੰਨੀ ਛੇਤੀ ਇਹ ਜਿਹੜਾ ਮਸਲਾ ਮਿਲ ਬੈਠ ਕੇ ਹੱਲ ਹੋ ਜਾਵੇ ਇਹ ਉਨਾ ਹੀ ਜ਼ਿਆਦਾ ਵਧੀਆ ਆ। ਬਾਕੀ ਜਿੱਥੋਂ ਤੱਕ ਸਰਕਾਰ ਦੀ ਗੱਲ ਕਰਦੇ ਆ, ਜੇਕਰ ਪੁਲਿਸ ਦੀ ਗੱਲ ਕਰਦੇ ਆ, ਉਹ ਹਮੇਸ਼ਾ ਹੀ ਪੰਥਕ ਜਥੇਬੰਦੀਆਂ ਦੇ ਨਾਲ, ਖਾਲਿਸਤਾਨੀ ਜਥੇਬੰਦੀਆਂ ਦੇ ਨਾਲ ਜਾਂ ਅਣਖੀ ਸਿੱਖਾਂ ਦੇ ਨਾਲ ਜਿਹੜਾ ਧੱਕਾ, ਵਿਤਕਰਾ, ਜਿਹੜਾ ਜ਼ੁਲਮ ਹੈ ਉਹ ਕਰਦੇ। ਪਰ ਦੂਜੇ ਪਾਸੇ ਜਿਹੜੇ ਸਰਕਾਰਾਂ ਦੇ ਤਲਵੇ ਚੱਟਦੇ ਆ ਉਹ ਉਹਨਾਂ ਦੇ ਵਾਸਤੇ ਜਿਹੜੀਆਂ ਸਰਕਾਰਾਂ ਆ ਉਹ ਉਹਨਾਂ ਦੇ ਨਾਲ ਬਿਹੇਵੀਅਰ ਜਿਹੜਾ ਆ ਉਹ ਬਹੁਤ ਵਧੀਆ ਕਰਦੇ। ਪਰ ਜੋ ਕੁਝ ਹੁਣ ਸਰਕਾਰ ਦਾ ਜਿਹੜਾ ਵਤੀਰਾ ਆ ਉਥੋਂ ਇੰਝ ਜਿਹੜਾ ਮਹਿਸੂਸ ਹੋ ਰਿਹਾ ਹੈ ਕਿ ਸਰਕਾਰਾਂ ਜਿਹੜਾ ਆ ਉਹ ਸਿੱਖ ਨੌਜਵਾਨਾਂ ਨੂੰ ਜਿਹੜਾ ਆ ਉਹ ਦਬਾਉਣਾ ਚਾਹ ਰਹੀਆਂ ਆ। ਬਾਕੀ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਅੰਮ੍ਰਿਤ ਸੰਚਾਰ ਦੀ ਲਹਿਰ ਤੋਰੀ ਸੀ, ਖਾਲਸਾ ਵਹੀਰ, ਉਹ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਸੀ, ਇਹ ਬਹੁਤ ਜ਼ਿਆਦਾ ਜਿਹੜੇ ਉਹਨਾਂ ਦੇ ਵਧੀਆ ਜਿਹੜੇ ਆ ਉਹ ਉਪਰਾਲੇ ਸੀ। ਸਰਕਾਰ ਨੂੰ ਪਹਿਲਾਂ ਵੀ ਉਹ ਚੁੱਭ ਰਹੇ ਸੀ, ਸਰਕਾਰ ਨੂੰ ਤਾਂ ਬਹਾਨਾ ਚਾਹੀਦਾ ਆ ਕਿ ਕਿਸੇ ਤਰੀਕੇ ਦੇ ਨਾਲ ਉਹ ਸਾਡੇ ਉੱਤੇ ਸਖਤੀ ਕਰਨ ਤੇ ਉਹ ਜਿਹੜੇ ਸਰਕਾਰ ਕੇਸ ਪਾ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਤੁੰਨਣਾ ਚਾਹੁੰਦੀ ਹੈ। ਸਾਨੂੰ ਸਰਕਾਰ ਦੇ ਕਿਸੇ ਵੀ ਜਾਲ ਦੇ ਵਿੱਚ ਜਿਹੜਾ ਆ ਉਹ ਨਹੀਂ ਜਿਹੜਾ ਆ ਉਹ ਫਸਣਾ ਚਾਹੀਦਾ। ਅਮਰਤਪਾਲ ਸਿੰਘ ਜੀ ਨੇ ਤਾਂ ਕਿਹਾ ਵੀ ਸਾਨੂੰ ਸਿੱਧਾ ਜੇਲ੍ਹ ਸਾਨੂੰ ਫੜ ਕੇ ਲੈ ਜਾਓ, ਜੇ ਪੁਲਿਸ ਦੀ ਹਿੰਮਤ ਹੈਗੀ ਤਾਂ ਫਿਰ ਉਹ ਫੜਦੀ ਕਿਉਂ ਨਹੀਂ ਹੈਗੀ। ਤਾਂ ਮੀਡੀਆ ਦੇ ਸਾਹਮਣੇ ਤਾਂ ਉਹ ਕਹਿੰਦੇ, ਸਾਹਮਣੇ ਮੈਂ ਕਹਿ ਚੁੱਕਿਆ ਕਿੰਨੀ ਵਾਰ, ਮੀਡੀਆ ਨੂੰ ਪਤਾ ਹੀ ਆ ਵੀ ਕਿੱਥੇ ਐਵੇਂ, ਤੇ ਅੱਜ ਉਹ ਗਏ ਵੀ ਨੇ ਉੱਥੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਮੈਂ ਜਿਵੇਂ ਪਹਿਲਾਂ ਵੀ ਆਖਿਆ ਆ ਕਿ ਜੇਕਰ ਸਰਕਾਰ ਦੇ ਨਾਲ ਕੋਈ ਟਕਰਾਅ ਹੁੰਦਾ ਉਹ ਗੱਲ ਹੋ ਰਿਹਾ, ਪਰ ਜੇਕਰ ਕਿਸੇ ਪੰਥਕ ਜਥੇਬੰਦੀ ਦੇ ਨਾਲ, ਕਿਉਂਕਿ ਇਹ ਸਾਰੀਆਂ ਟਕਸਾਲਾਂ, ਨਿਹੰਗ ਸਿੰਘ ਜਾਂ ਹੋਰ ਜਿੰਨੀਆਂ ਪੰਥਕ ਜਥੇਬੰਦੀਆਂ ਖਾਲਿਸਤਾਨੀ, ਇਹ ਸਾਰੀਆਂ ਪੰਥ ਦਾ ਇੱਕ ਹਿੱਸਾ ਆ, ਇੱਕ ਗੁਲਦਸਤਾ ਆ, ਕਿਸੇ ਦੇ ਨਾਲ ਵੀ ਟਕਰਾਅ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜਿਵੇਂ ਹੁਣ
ਟਕਸਾਲ ਦੇ ਸਿੰਘਾਂ ਦੇ ਨਾਲ ਜਾਂ ਦਮਦਮੀ ਟਕਸਾਲ ਅਜਨਾਲਾ ਦੇ ਨਾਲ ਟਕਰਾਅ ਦੇ ਵਿੱਚ ਆਏ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਠੀਕ ਨਹੀਂ ਆ। ਕੌਣ ਆ ਇਹਨੇ ਟਕਰਾਅ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਰਿੰਦਰ ਸਿੰਘ ਵਾਲਾ ਮਾਮਲਾ ਹੋਇਆ ਆ, ਉਹਦੇ ਵਿੱਚ ਜਾਂ ਭਾਈ ਅਮਰਤਪਾਲ ਸਿੰਘ ਦੇ ਵਿੱਚ ਜਿਹੜਾ ਅਜਨਾਲਾ ਟਕਸਾਲ ਦੇ ਨਾਲ ਵੀ ਕੁਝ ਜਿਹੜਾ ਤਕਰਾਰ ਆ ਉਹ ਹੋ ਰਿਹਾ ਆ। ਭਾਵੇਂ ਕਿ ਦੂਜੇ ਪਾਸੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਬਿਆਨ ਦਿੱਤਾ ਹੋਇਆ ਹੈ ਕਿ ਵਰਿੰਦਰ ਸਿੰਘ ਉਹ ਕਹਿ ਰਹੇ ਆ ਕਿ ਟਕਸਾਲ ਦਾ ਕਹਿੰਦੇ ਵਿਦਿਆਰਥੀ ਨਹੀਂ ਆ, ਤੇ ਪਰ ਉਹ ਵੈਸੇ ਟਕਸਾਲ ਦਾ ਸਮਰਥਕ ਸੀ, ਗਾਹੇ ਬਗਾਹੇ ਆਉਂਦਾ ਸੀ, ਤੇ ਫਿਰ ਵੀ ਉਹ ਸਿੱਖ ਸਫਾਂ ਦੇ ਵਿੱਚ ਵਿਚਰਦਾ ਸੀ। ਤੇ ਲੇਕਿਨ ਮੈਂ ਇਹੀ ਕਹਿ ਰਿਹਾ ਕਿ ਕਿਸੇ ਵੀ ਟਕਰਾਅ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪਰ ਜੇਕਰ ਵਰਿੰਦਰ ਸਿੰਘ ਨੇ ਵੀ ਭਾਈ ਅਮਰਤਪਾਲ ਸਿੰਘ ਦੀ ਸਿੰਘਣੀ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੀ ਜਥੇਬੰਦੀ ਬਾਰੇ ਕੋਈ ਬੇਹੂਦਾ ਟਿੱਪਣੀਆਂ ਕੀਤੀਆਂ, ਫਾਲਤੂ ਟਿੱਪਣੀਆਂ ਕੀਤੀਆਂ, ਤੇ ਇਹ ਵਰਿੰਦਰ ਸਿੰਘ ਦੇ ਲਈ ਵੀ ਬਹੁਤ ਜ਼ਿਆਦਾ ਜਿਹੜੀ ਗਲਤ ਗੱਲ ਆ ਉਹ ਹੈ ਆ। ਤੋ ਦੂਜੇ ਪਾਸੇ ਪਤਾ ਲੱਗਾ ਆ ਕਿ ਮੀਡੀਆ ਰਾਹੀਂ ਕਿ ਉਹਦਾ ਕੁੱਟ ਕੁਟਾਪਾ ਵੀ ਹੋਇਆ ਆ ਭਾਈ ਅਮਰਤਪਾਲ ਸਿੰਘ ਦੇ ਜਥੇ ਵੱਲੋਂ। ਉਹਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਸੁਣਨ ਨੂੰ ਮਿਲ ਰਿਹਾ ਵੀ ਉਹਨਾਂ ਦੇ ਨਾਲ ਬਹੁਤ ਮਤਲਬ ਕਿ ਸ਼ੀਰੀ ਸਾਹਿਬ ਨਹੀਂ ਲਾਈ ਗਈ, ਕਹਿੰਦੇ ਉਹਨਾਂ ਦਾ ਕਸ਼ਹਿਰਾ ਤੱਕ ਹੀ ਪੜ ਗਿਆ, ਮਤਲਬ ਇਸ ਤਰ੍ਹਾਂ ਵੱਧ ਸਲੂਕ ਤਰੀਕੇ ਨਾਲ ਉਹਦਾ ਵਿਵਹਾਰ ਕੀਤਾ ਗਿਆ ਕਿ ਗਲਤ ਕੀਤਾ ਜਾਂ ਸਹੀ ਹੈ? ਨਹੀਂ, ਦੇਖੋ ਅਸੀਂ ਤਾਂ ਪਹਿਲਾਂ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਠੀਕ ਨਹੀਂ ਆ। ਸਿੱਖਾਂ ਦਾ ਆਪਸ ਵਿੱਚ ਟਕਰਾਅ ਇਹਨੂੰ ਤਾਂ ਕੋਈ ਵੀ ਜਿਹੜਾ ਸਿੱਖ ਹੈ ਉਹ ਠੀਕ ਨਹੀਂ ਕਹੇਗਾ। ਸਿੱਖ ਸਿੱਖ ਨੂੰ ਨਾ ਮਾਰੇ, ਕੌਮ ਕਦੇ ਵੀ ਨਾ ਹਾਰੇ। ਸਾਡੀ ਸਥਿਤੀ ਤਾਂ ਇਹ ਹੋਣੀ ਚਾਹੀਦੀ ਨਾ, ਹੈ ਇਨ ਮੈਂ ਇਤਫਾਕ ਮਹਾਨ, ਸਿੱਖ ਸਿੱਖ ਪੇ ਵਾਰਤ ਜਾਣ, ਕਿ ਇੱਕ ਸਿੱਖ ਜਿਹੜਾ ਦੂਜੇ ਸਿੱਖ ਤੋਂ ਜਿਹੜੀ ਜਾਨ ਆ ਉਹ ਵਾਰ ਦੇਵੇ। ਲੱਗਦਾ ਨਹੀਂ ਕਿ ਕਿਤੇ ਸਾਜ਼ਿਸ਼ ਦੇ ਅਧੀਨ ਕਿਸ ਤਰ੍ਹਾਂ ਦਾ ਕੋਈ ਹੋ ਰਿਹਾ ਕਿ ਜਿਸ ਤਰ੍ਹਾਂ ਸੁਣਨ ਨੂੰ ਮਿਲ ਰਿਹਾ ਵੀ ਅਮਰਤਪਾਲ ਸਿੰਘ ਨੂੰ ਉਹਨਾਂ ਦਾ ਕੋਈ ਆਪਦਾ ਹੀ ਮਾਰਨ ਦੀ ਕੋਸ਼ਿਸ਼ ਕਰੇਗਾ? ਇਹਦੇ ਇਸ ਮਾਮਲੇ 'ਚ ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਆਪਸੀ ਟਕਰਾਅ ਆ ਜਿੰਨੀ ਛੇਤੀ ਜਿਹੜਾ ਆ ਖਤਮ ਹੋ ਜਾਵੇ, ਇਹ ਉਨਾ ਹੀ ਜ਼ਿਆਦਾ ਜਿਹੜਾ ਆ ਉਹ ਚੰਗਾ ਆ। ਸਿੱਖਾਂ ਦੇ ਵਿੱਚ, ਪੰਥਕ ਜਥੇਬੰਦੀਆਂ ਦੇ ਵਿੱਚ, ਪੰਥਕ ਵਿਚਾਰਧਾਰਾ ਸੋਚ ਵਾਲੇ ਨੌਜਵਾਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਆਪਸੀ ਟਕਰਾਅ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਤੇ ਬੰਦੀ ਸਿੰਘਾਂ ਦੀ ਗੱਲ ਕਰੀਏ ਕਿ ਸੁਣਨ ਨੂੰ ਮਿਲਿਆ ਵੀ 9 ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏਗਾ ਤੇ ਕੁਝ ਦੋ ਬੰਦੀ ਸਿੰਘਾਂ ਦੀ ਕਿਤੇ ਉਹਨਾਂ ਦੀ ਸਜ਼ਾ ਘਟਾ ਦਿੱਤੀ ਜਾਏਗੀ। ਉਹ ਕਿਹੜੇ ਹੋਣਗੇ ਤੁਹਾਨੂੰ ਪਤਾ ਲੱਗਦਾ ਕੁਝ ਕਿਹੜੇ ਹੋਣਗੇ? ਦੇਖੋ, ਇਹ ਸਾਰੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਏ ਆ। 14 ਸਾਲਾਂ ਦੀ ਉਮਰ ਕੈਦ ਮੰਨੀ ਜਾਂਦੀ ਹੈ ਭਾਰਤੀ ਕਾਨੂੰਨ ਅਨੁਸਾਰ, ਖਾਸ ਕੈਦੀਆਂ ਲਈ 20 ਸਾਲ। ਗੱਲ ਕੀਤੀ ਗਈ ਹੈ, ਕਹਿੰਦੇ 9 ਰਿਹਾ ਹੋਣਗੇ ਤੇ 2 ਦੀ ਉਮਰ। ਤੁਹਾਨੂੰ ਉਹੀ ਦੱਸਦਾ ਕਿ 14 ਸਾਲਾਂ ਦੀ ਉਮਰ ਕੈਦ ਮੰਨੀ ਜਾਂਦੀ ਹੈ, ਲੇਕਿਨ ਤੇ ਖਾਸ ਕੈਦੀਆਂ ਲਈ 20 ਸਾਲ, ਪਰ ਇੱਥੇ ਤਾਂ 32 ਸਾਲ ਹੋ ਚੁੱਕੇ ਹੋਏ ਆ। 27 ਸਾਲ ਤੇ ਬਹੁਤ ਸਾਰੇ ਸਿੰਘਾਂ ਨੂੰ ਹੋ ਚੁੱਕੇ ਹੋਏ ਆ। ਸੋ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਸਾਰੇ ਸਿੰਘਾਂ ਨੂੰ ਜਿਹੜਾ ਰਿਹਾ ਆ ਉਹ ਕਰਨਾ ਚਾਹੀਦਾ। ਇਹ ਸਾਡੀ ਕੋਈ ਮੰਗ ਥੋੜੀ ਹੈ, ਸਾਡਾ ਜਿਹੜਾ ਹੱਕ ਆ। ਅਸੀਂ ਇਹਨਾਂ ਦੇ ਕੋਲੋਂ ਹੁਣ ਇੱਥੇ ਬੈਠੇ ਆ, ਅਸੀਂ ਕੋਈ ਭੀਖ ਥੋੜੀ ਮੰਗ ਰਹੇ ਆ। ਅਸੀਂ ਸੰਘਰਸ਼ ਕਰਕੇ ਆਪਣੇ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕਰਾਉਣਾ ਆ। ਉਹਨਾਂ ਦੀ ਜਿਹੜੀ ਸ਼ਾਨ ਆ ਉਹਨੂੰ ਵੀ ਜਿਹੜਾ ਬੰਦੀ ਸਿੰਘਾਂ ਦੇ ਬਰਕਰਾਰ ਰੱਖਣਾ। 9 ਦੇ 9 ਬੰਦੀ ਸਿੰਘ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣੇ ਚਾਹੀਦੇ ਆ। ਜੇਕਰ ਸਰਕਾਰ ਕਹੇ ਕਿ ਅਸੀਂ ਇਹਨਾਂ ਦੀ ਜੇਲ੍ਹ ਬਦਲੀ ਕਰ ਦਿੰਦੇ ਆ, ਜੇਲ੍ਹ ਬਦਲਣ ਦੇ ਨਾਲ ਕੀ ਹੋਣਾ? ਇੱਕ ਪਿੰਜਰੇ ਦੇ ਵਿੱਚੋਂ ਕੱਢ ਕੇ ਤੁਸੀਂ ਦੂਜੇ ਪਿੰਜਰੇ ਦੇ ਵਿੱਚ ਜਿਹੜਾ ਆ ਉਹ ਤਾੜ ਦੇਵੋਗੇ। ਇਹਨਾਂ ਸਿੰਘਾਂ ਨੂੰ ਰਿਹਾਈਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ। ਅਸੀਂ ਜੇਲ੍ਹ ਬਦਲੀ ਦੇ ਲਈ ਜਿਹੜਾ ਸੰਘਰਸ਼ ਨਹੀਂ ਕਰ ਰਹੇ, ਰਿਹਾਈਆਂ ਦੇ ਲਈ ਜਿਹੜਾ ਸੰਘਰਸ਼ ਆ ਉਹ ਕਰ ਰਹੇ ਆ। ਸੋ ਇਹ ਸਨ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ। ਇਹਨਾਂ ਨੇ ਵਿਚਾਰ ਤੁਹਾਡੇ ਤੱਕ ਸਾਂਝੇ ਕੀਤੇ ਨੇ। ਅੰਗਦ ਸਿੰਘ ਜੀ ਵੀ ਆਪਣੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੌਮੀ ਸਾਹਿਬ? ਦੇਖੋ, ਸਰਕਾਰ ਦਾ ਇੱਕ ਬਹੁਤ ਵੱਡਾ ਫੇਲੀਅਰ ਹੈ। ਜਿਹੜੇ ਸਿੱਖ ਸਿਆਸੀ ਤੇ ਰਾਜਸੀ ਕੈਦੀ ਨੇ ਜਿਨ੍ਹਾਂ ਦੀ ਉਮਰ ਕੈਦਾਂ ਪੂਰੀਆਂ ਹੋ ਗਈਆਂ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਤੇ ਹੁਣ ਉਸ ਸੰਬੰਧ ਦੇ ਵਿੱਚ ਸਟੇਟ ਫੇਲੀਅਰ ਦੁਨੀਆ ਭਰ 'ਚ ਵਿਖਾਉਣ ਲਈ, ਦੁਨੀਆ ਭਰ ਦੇ ਲੋਕਾਂ ਨੂੰ ਤੇ ਭਾਰਤ ਸਰਕਾਰ ਨੂੰ ਚੀਜ਼ ਦੱਸਣ ਲਈ ਕਿ ਇਹ ਵਿਤਕਰਾ ਜਿਹੜਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ, ਉਹਦੇ ਲਈ ਮੋਰਚਾ ਲੱਗਿਆ। ਨਾਲ ਦੇ ਨਾਲ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਪਿਛਲੇ ਸਮੇਂ 'ਚ ਹੋਈਆਂ ਨੇ ਉਹਨੂੰ ਲੈ ਕੇ ਮੋਰਚਾ ਲੱਗਿਆ ਹੈ। ਜਿਸ ਸਟੇਟ ਦੇ ਜੁਡੀਸ਼ਰੀ ਸਿਸਟਮ ਦਾ ਦਾਅਵਾ ਹੈ ਕਿ ਰਾਈਟਸ ਇਕੁਅਲ ਨੇ, ਰਾਈਟ ਟੂ ਪ੍ਰੋਟੈਕਸ਼ਨ ਹੈ, ਅਤੇ ਤੁਹਾਡੇ ਇਸ਼ਟ ਦੀ ਤੁਹਾਡੀ ਜਿਹੜੀ ਸੁਰੱਖਿਆ ਦੀ ਗਰੰਟੀ ਹੈ ਉਹ ਗੌਰਮੈਂਟ ਦਿੰਦੀ ਹੈ। ਆਪਾਂ ਹਰ ਜਗ੍ਹਾ 'ਤੇ ਟੈਕਸ ਭਰਦੇ ਹਾਂ, ਭਾਵੇਂ ਉਹ ਮਾਚਿਸ ਦੀ ਤੀਲੀ ਹੋਵੇ ਜਾਂ ਫਿਰ ਲੱਖਾਂ ਰੁਪਏ ਦਾ ਕੋਈ ਘਰ ਲਈਏ, ਹਰ ਜਗ੍ਹਾ 'ਤੇ ਆਪਾਂ ਟੈਕਸ ਪੇ ਕਰਦੇ ਹਾਂ, ਅਤੇ ਫਿਰ ਵੀ ਸਾਡਾ ਇਸ਼ਟ ਸੁਰੱਖਿਅਤ ਨਹੀਂ। ਫਿਰ ਵੀ ਜਿਹੜੀ ਇਕੁਅਲ ਜੁਡੀਸ਼ਰੀ ਹੈ ਸਾਡੀ ਰਿਆਸਤੀ ਦੇ ਸਿਆਸੀ ਕਾਇਦੇ ਨੂੰ ਨਹੀਂ ਛੱਡਿਆ ਜਾ ਰਿਹਾ। ਉਸ ਫੇਲੀਅਰ ਨੂੰ ਹੀ ਦੁਨੀਆ ਭਰ 'ਚ ਲੋਕਾਂ ਨੂੰ ਵਿਖਾਉਣ ਲਈ ਅਤੇ ਇਸ ਚੀਜ਼ ਦੀ ਡਿਮਾਂਡ ਕਰਨ ਲਈ ਕਿ ਹੁਣ ਅੱਗੇ ਬਰਦਾਸ਼ਤ ਨਹੀਂ ਕੀਤਾ ਜਾਏਗਾ, ਮੋਰਚਾ ਲੱਗਿਆ ਹੈ। ਅਤੇ ਵੱਧ ਚੜ੍ਹ ਕੇ ਸੰਗਤ ਪਹੁੰਚ ਰਹੀ ਹੈ, ਨੌਜਵਾਨ ਕਾਫੀ ਪਹੁੰਚ ਰਹੇ ਨੇ, ਅਤੇ ਮੋਰਚਾ ਮੁੱਢ ਸਮੇਂ 'ਚ ਬੜੀ ਚੜ੍ਹਦੀ ਕਲਾ 'ਚ ਜਾ ਰਿਹਾ ਹੈ। ਕੋਈ ਹੋਰ ਗੱਲਬਾਤ ਕੋਈ ਤੁਸੀਂ ਕਹਿਣਾ ਚਾਹੋ? ਇਹੀ ਹੈ ਕਿ ਸਾਨੂੰ ਜਿਹੜਾ ਮਾਹੌਲ ਹੈ ਮੋਰਚੇ ਦਾ ਉਹ ਸ਼ਾਂਤਮਈ ਢੰਗ ਨਾਲ ਰੱਖਣਾ ਚਾਹੀਦਾ ਹੈ, ਅਤੇ ਜਿਹੜੀ ਆਪਣੀ ਡਿਮਾਂਡ ਹੈ ਡਿਪਲੋਮੈਸੀ ਦੇ ਨਾਲ ਅੱਗੇ ਤੱਕ ਪਹੁੰਚਾਉਣੀ ਚਾਹੀਦੀ ਹੈ। ਕਿਉਂਕਿ ਵੇਖੋ, ਸਰਕਾਰ ਦਾ ਜਿਹੜਾ ਪ੍ਰੋਪੇਗੈਂਡਾ ਹਮੇਸ਼ਾ ਤੋਂ ਰਿਹਾ ਹੈ ਨਾ ਪਿਛਲੇ ਕੁਝ ਸਮੇਂ ਦੇ ਵਿੱਚ, ਉਹ ਸਾਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ। ਸਰਕਾਰ ਆਪਣੀ ਗਲਤੀਆਂ ਮੰਨ ਨਹੀਂ ਰਹੀ, ਅਤੇ ਕੁਝ ਆਪਾਂ ਇਹ ਨਹੀਂ ਕੁਝ ਖਾਸ ਮੰਗ ਰਹੇ ਹਾਂ, ਕੁਝ ਸਪੈਸ਼ਲ ਮੰਗ ਰਹੇ ਹਾਂ, ਪਰ ਜੋ ਗਲਤੀਆਂ ਸਰਕਾਰ ਤੋਂ ਹੋਈਆਂ ਨੇ, ਜੋ ਚੀਜ਼ਾਂ ਸਾਡੇ ਤੋਂ ਖੋਹੀਆਂ ਗਈਆਂ ਨੇ,
ਆਪਾਂ ਉਹੀ ਮੰਗਣ ਆਏ ਆ। ਇੱਕ ਜਿਹੜਾ ਸਾਡਾ ਕੋਈ ਨਵੀਂ ਕੋਈ ਡਿਮਾਂਡ ਨਹੀਂ, ਬਲਕਿ ਜੋ ਸਾਡੀ ਬੇਸਿਕ ਜੈਨੂਇਨ ਰਾਈਟ ਹੈ ਉਹ ਜਸਟਿਸ ਦੀ ਹੋਵੇ, ਬਸ ਉਹੀ ਆਪਾਂ ਲੈ ਕੇ ਅੱਗੇ ਚੱਲ ਰਹੇ। ਤੇ ਨੌਜਵਾਨਾਂ ਪ੍ਰਤੀ ਬੇਨਤੀ ਹੈ ਕਿ ਮੋਰਚਾ ਕਾਫੀ ਲੰਬਾ ਜਾ ਸਕਦਾ ਹੈ, ਇਹਦੇ ਲਈ ਸਬਰ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਜਿਹੜਾ ਉਹ ਕਰਨਾ ਪਏਗਾ, ਤੇ ਨਾਲ ਦੇ ਨਾਲ ਜਿਹੜੀ ਹੈ ਹਿਕਮਤ ਲੀਡਰਸ਼ਿਪ ਦੇ ਅੰਡਰ ਰਹਿ ਕੇ ਉਹਨਾਂ ਦੀ ਗੱਲ ਜਿਹੜੀ ਹੈ ਉਹ ਸੁਣਨੀ ਬੜੀ ਜ਼ਰੂਰੀ ਹੈ। ਕਿਸ ਤਰ੍ਹਾਂ ਲੱਗਦਾ ਤੁਹਾਨੂੰ ਆਉਣ ਵਾਲੇ ਹਾਲਾਤ ਨੇ ਜੋ ਕਿਸ ਤਰ੍ਹਾਂ ਰਹਿਣਗੇ? ਦੇਖੋ, ਜਿੱਦਾਂ ਕਿਸਾਨੀ ਮੋਰਚਾ ਗਿਆ ਸੀ ਤੇ ਹੋ ਸਕਦਾ ਇੰਨਾ ਲੰਬਾ ਜਿਹੜਾ ਇਹ ਮੋਰਚਾ ਵੀ ਜਾਵੇ, ਇਹਦੇ ਲਈ ਸਾਰਿਆਂ ਨੂੰ ਜਥੇਬੰਦ ਹੋਣਾ ਪਏਗਾ, ਆਪਣੀਆਂ ਡਿਊਟੀਆਂ ਸਾਂਭਣੀਆਂ ਪੈਣਗੀਆਂ, ਤੇ ਵੱਖੋ ਵੱਖਰੇ ਟਾਈਮ ਤੇ ਵੱਖੋ ਵੱਖਰੇ ਮਹੀਨਿਆਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਇੱਥੇ ਆਪਣੀ ਹਾਜ਼ਰੀ ਜਿਹੜੀ ਦੇਣੀ ਪਏਗੀ। ਉਹ ਆਪਾਂ ਆਪਣਾ ਮਾਈਂਡ ਪ੍ਰਿਪੇਅਰ ਕਰ ਲਈਏ ਕਿ ਹੁਣ ਅੱਗੇ ਕਾਫੀ ਲੰਬਾ ਜਿਹੜਾ ਮੋਰਚਾ ਹੋ ਜਾ ਸਕਦਾ ਹੈ। ਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਰਾਮ ਰਹੀਮ ਦੀ, ਉਹਨਾਂ ਨੂੰ ਵਾਰ-ਵਾਰ ਪੇਰੋਲ ਦੇਣ ਦੀ ਸਰਕਾਰ, ਭਾਈ ਬੰਦੀ ਸਿੰਘਾਂ ਨੂੰ ਪੇਰੋਲ ਤੇ ਮਤਲਬ ਰਿਹਾ ਤੱਕ ਨਹੀਂ ਕੀਤਾ ਜਾ ਰਿਹਾ। ਦੇਖੋ, ਉਹੀ ਗੱਲ ਹੈ ਜਿਹੜੀ ਇੰਡੀਆ ਕਲੇਮ ਕਰਦੀ ਹੈ, ਇੰਡੀਅਨ ਰਜੀਮ, ਇੰਡੀਅਨ ਸਟੇਟ ਕਲੇਮ ਕਰਦੀ ਹੈ ਇਕੁਅਲਿਟੀ ਬਿਫੋਰ ਲਾ, ਕਿ ਸਾਰਿਆਂ ਲਈ ਜਿਹੜਾ ਕਾਨੂੰਨ ਹੈ ਬਰਾਬਰੀ ਦਾ ਹੈ, ਧਰਮ ਨਿਰਪੱਖ ਕਾਨੂੰਨ ਹੈ, ਤੇ ਜੁਡੀਸ਼ਰੀ ਇਕੁਅਲ ਹੈ। ਉਹਦੇ ਵਿੱਚ ਸਾਨੂੰ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਇੱਕ ਰੇਪਿਸਟ ਜਿਹੜਾ ਹੈ, ਮਰਡਰਰ ਹੈ, ਭਾਵੇਂ ਉਹ ਰਾਮ ਰਹੀਮ ਹੋਵੇ, ਭਾਵੇਂ ਵਿਕਲੀਜ਼ ਬਾਨੋ ਦੇ ਰੇਪਿਸਟ ਹੋਣ ਜਾਂ ਮਰਡਰਰ ਹੋਣ ਉਸ ਸਮੇਂ ਦੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਜਿਹੜੇ ਸਿੱਖ ਵਿਰੋਧੀ ਅਨਾਸਰ ਨੇ ਉਹਨਾਂ ਨੂੰ ਜਿਹੜੀ ਖੁੱਲ੍ਹ ਦਿੱਤੀ ਗਈ ਹੈ। 1984 ਦੇ ਦੰਗਿਆਂ ਜਿਹੜੇ ਲੋਕ ਇਨਵੋਲਵ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਲੀਗਲ ਰਿਲੀਫ ਬੜੀ ਛੇਤੀ ਮਿਲ ਜਾਂਦੀ ਹੈ, ਫਿਰ ਉਹਨਾਂ 'ਤੇ ਕਾਰਵਾਈਆਂ ਵੀ 30 32 ਸਾਲਾਂ ਬਾਅਦ ਹੋਈਆਂ ਨੇ। ਤੇ ਜਿਹੜਾ ਉਹ ਇਕੁਅਲ ਜੁਡੀਸ਼ਰੀ ਦਾ ਇੱਕ ਦਾਅਵਾ ਹੈ, ਉਹ ਸਾਨੂੰ ਇੱਥੇ ਸਮਝ ਲੱਗਦੀ ਹੈ ਕਿ ਕਿੰਨਾ ਕੁ ਖੋਖਲਾ ਹੈ ਤੇ ਕਿੰਨਾ ਕੁ ਝੂਠਾ ਹੈ। ਤੇ ਹੁਣ ਰਾਮ ਰਹੀਮ ਦੀ ਗੱਲ ਹੋਵੇ, ਭਾਵੇਂ ਕਿਸੇ ਹੋਰ ਦੀ ਵੀ ਹੋਵੇ, ਜਿੱਥੇ ਸਟੇਟ ਨੂੰ ਆਪਣਾ ਵੋਟ ਬੈਂਕ ਸਟਰੋਂਗ ਕਰਨਾ ਹੁੰਦਾ ਹੈ, ਉਹ ਇਹੋ ਜਿਹੇ ਅਨਾਸਰਾਂ ਨੂੰ ਜਿਹੜੀ ਹੈ ਲੀਗਲ ਰਿਲੀਫ ਬੜੀ ਛੇਤੀ ਦੇ ਦਿੰਦੀ ਹੈ। ਦੂਜੇ ਪਾਸੇ ਜਿਹੜੇ ਸਿੱਖ ਨੇ ਕਾਫੀ ਲੰਬੇ ਸਮੇਂ ਤੋਂ ਬੰਦ ਨੇ, ਉਹਨਾਂ ਦੀ ਪਰੋਲਾਂ ਵੀ ਜਿਹੜੀ ਹੈ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਹਾਸਲ ਹੁੰਦੀਆਂ ਨੇ। ਤੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ। ਭਾਈ ਬੁੱਲਰ ਦੀ ਐਗਜ਼ਾਮਪਲ ਲੈ ਲਈਏ, ਕਈ ਜਗ੍ਹਾ ਤੇ ਸਾਨੂੰ ਪਤਾ ਚੱਲਦਾ ਕਿ ਭਾਈ ਬੁੱਲਰ ਦੀ ਜਿਹੜੀ ਹੈਲਥ ਹੈ ਉਹ ਠੀਕ ਨਹੀਂ, ਭਾਈ ਹਵਾਰੇ ਦੀ ਹੈਲਥ ਠੀਕ ਨਹੀਂ, ਤੇ ਫਿਰ ਵੀ ਉਹਨਾਂ ਨੂੰ ਲੀਗਲ ਜਿਹੜੀ ਰਿਲੀਫ ਹੈ ਉਹ ਨਹੀਂ ਮਿਲਦੀ। ਉਹਨਾਂ ਦੀ ਸਪੀਡੀ ਟਰਾਇਲਸ ਨਹੀਂ ਹੁੰਦੀ, ਫੇਅਰ ਟਰਾਇਲ ਨਹੀਂ ਹੁੰਦੀ ਉਹਨਾਂ ਦੀ। ਪਰ ਵੇਖਦੇ ਹਾਂ ਕਿ ਜਿਹੜੇ ਇਹੋ ਜਿਹੇ ਰੇਪਿਸਟ ਮਰਡਰ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਕਈ ਲੋਕ ਤੇ ਇਹੋ ਜਿਹੇ ਨੇ ਜਿਨ੍ਹਾਂ ਤੇ ਇੰਨੇ ਜਿਹੜੇ ਨੇ ਉਹ ਐਗਰੈਸਿਵ ਇਲਜ਼ਾਮ ਲੱਗੇ ਨੇ, ਫਿਰ ਵੀ ਉਹ ਲੋਕ ਪਾਰਲੀਮੈਂਟ 'ਚ MP ਤੱਕ ਬਣ ਗਏ। ਪਰ ਜਿਹੜੇ ਸਿੱਖ ਸਿਆਸੀ ਦੇ ਰਾਜਸੀ ਕਹਿਦੀ ਇੱਕ ਵਾਇਲੈਂਸ ਦੇ ਸਮੇਂ ਜਿਨ੍ਹਾਂ ਨੇ ਡਿਫੈਂਸਿਵ ਵਾਇਲੈਂਸ ਕੀਤੀ ਸੀ, ਜਿਨ੍ਹਾਂ ਨੂੰ ਅੱਜ ਇਹ ਚੀਜ਼ ਸਮਝਣੀ ਪਏਗੀ ਸਾਰੀ ਮਨੁੱਖੀ ਅਧਿਕਾਰ ਧਿਰਾਂ ਨੂੰ, UN ਨੂੰ, ਇੰਡੀਅਨ ਸਟੇਟ ਨੂੰ, ਕਿ ਜੋ ਕੁਝ 80 ਤੋਂ ਲੈ ਕੇ 90 ਤੱਕ ਪੰਜਾਬ 'ਚ ਹੋਇਆ, ਉਹਦੇ ਆਊਟਕਮ 'ਚ ਹੀ ਸਾਰੇ ਸਿੱਖਾਂ ਨੇ ਜਿਹੜੇ ਇਹ ਹਾਲਾਤ ਵੇਖੇ, ਤੇ ਸਾਡੀ ਨੌਜਵਾਨੀ ਜਿਹੜੀ ਹੈ ਉਸ ਰਾਹ 'ਤੇ ਪਈ। ਤੇ ਇਸ ਚੀਜ਼ ਨੂੰ ਸਮਝ ਕੇ, ਭਾਈ ਖਾਲੜਾ ਦੀ ਫਾਈਲਾਂ ਨੂੰ ਸਮਝ ਕੇ, ਜਿਹੜੇ ਮੌਜੂਦਾ ਸਮੇਂ 'ਚ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਰਹੀ ਹੈ, ਉਨ ਚੀਜ਼ਾਂ ਨੂੰ ਸਮਝੇ ਕਿ ਇੱਕ ਸਟੇਟ ਦੀ ਰਿਸਪੌਂਸਿਬਿਲਟੀ ਬਣਦੀ ਸੀ ਹਾਲਾਤਾਂ ਨੂੰ ਠੀਕ ਕਰਨ ਦੀ, ਪਰ ਉਹਨਾਂ ਨੇ ਆਪਣੀ ਰਿਸਪੌਂਸਿਬਿਲਟੀ ਨਹੀਂ ਨਿਭਾਈ, ਹਾਲਾਤ ਹੋਰ ਖਰਾਬ ਕੀਤੇ ਗਏ, ਤੇ ਉਹਦੇ ਕਾਰਨ ਹੀ ਅੱਜ ਲੋਕ ਜਿਹੜੇ ਨੇ ਰਸਤੇ 'ਤੇ ਚੱਲਣੇ ਤੇ ਅੱਜ ਇੰਨੇ ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਤੁਸੀਂ ਜੰਮੂ ਤੋਂ ਚੱਲ ਕੇ ਆਏ ਹੋ, ਕਿਸ ਤਰ੍ਹਾਂ ਦੇ ਨੇ ਉੱਥੋਂ ਦੇ ਹਾਲਾਤ, ਕਿਸ ਤਰ੍ਹਾਂ ਦੇ ਨੇ, ਕਿ ਪਤਾ ਉਹਨਾਂ ਨੂੰ ਵੀ ਬੰਦੀ ਸਿੰਘ ਕੌਣ ਨੇ? ਦੇਖੋ, ਮੈਂ ਕਸ਼ਮੀਰ ਤੋਂ ਚੱਲ ਕੇ ਆਇਆ, ਤੇ ਜਿਹੜਾ ਇੱਕ ਪੰਥਕ ਮੁੱਦਾ ਹੈ ਬੰਦੀ ਸਿੰਘਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਇਹ ਕਿਸੇ ਖਿੱਤੇ ਤੱਕ ਸੀਮਿਤ ਨਹੀਂ ਹੈ। ਜਿੱਥੇ ਵੀ ਸਿੱਖ ਵਸ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹ ਸਾਰੇ ਇਸ ਗੱਲ ਤੋਂ ਜਾਣੂ ਨੇ, ਤੇ ਸਾਰੇ ਹੀ ਮੋਰਚੇ ਨੂੰ ਪੂਰੀ ਹਮਾਇਤ ਦੇ ਰਹੇ ਨੇ। ਜਿਹੜੇ ਲੋਕ ਇੱਥੇ ਆ ਸਕਦੇ ਨੇ ਪਹੁੰਚ ਰਹੇ ਨੇ, ਜਿਹੜੇ ਲੋਕ ਸਮਾਜੀ ਮੀਡੀਆ, ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਸਮਰਥਨ ਦੇ ਸਕਦੇ ਨੇ, ਉਹ ਉਸ ਤਰੀਕੇ ਨਾਲ ਦੇ ਰਹੇ ਨੇ। ਹੋਰ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਖਿੱਤਿਆਂ 'ਚ ਪ੍ਰੋਟੈਸਟ ਰਜਿਸਟਰ ਕਰਾ ਸਕਦੇ ਨੇ, ਉਹ ਆਪਣੇ ਤਰੀਕੇ ਨਾਲ ਜਿਹੜਾ ਉਹ ਕਰ ਰਹੇ ਨੇ। ਸੋ ਇਹ ਸਨ ਅੰਗਦ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਤੱਕ ਸਾਂਝੇ ਕੀਤੇ ਨੇ। ਤੁਸੀਂ ਦੇਖਦੇ ਰਹੋ ਗੁਰਬਾਣੀ ਅਖੰਡ ਬਾਣੀ। ਮੈਂ ਰਵਿੰਦਰ ਸਿੰਘ ਆਗਿਆ ਲੈਣ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।